ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਬਾਬਾ ਆਨੰਦ ਸਿੰਘ ਜੀ ਭੁੱਚੋ ਗੁਰਦੇਵ ਕੋਲ ਜਾਂਦੇ ਸਨ ਤਾਂ ਬਾਬਾ ਜੀ ਨੇ ਪਹਿਲਾਂ ਹੀ ਨੀਲੇ ਨੂੰ ਆਵਾਜ਼ ਮਾਰ ਕੇ ਕਹਿਣਾ, ਨੀਲਿਆ ਇੱਥੇ ਕੱਪੜਾ ਵਿਛਾ, ਰਿਖੀ ਜੀ ਆ ਰਹੇ ਹਨ। ਨੀਲੇ ਨੇ ਸਤ ਬਚਨ ਕਹਿ ਉਸੇ ਤਰ੍ਹਾਂ ਹੀ ਕਰਨਾ। ਪਰ ਕਈ ਵਾਰ ਕਈ ਸੇਵਾਦਾਰਾਂ ਦੇ ਮਨ ਵਿੱਚ ਇਹ ਫੁਰਨਾ ਬਣ ਜਾਂਦਾ ਸੀ ਕਿ ਅਸੀਂ ਬਾਬਾ ਜੀ ਕੋਲ ਰਹਿ ਕੇ ਹਰ ਸਮੇਂ ਸੇਵਾ ਕਰਦੇ ਹਾਂ, ਸਾਨੂੰ ਤਾਂ ਬਾਬਾ ਜੀ ਕਦੇ ਪੁੱਛਦੇ ਵੀ ਨਹੀਂ, ਪਰ ਇਹ ਕਦੇ-ਕਦੇ ਆਉਂਦੇ ਹਨ, ਇਹਨਾਂ ਦਾ ਇੰਨਾ ਸਤਿਕਾਰ ਕਰਦੇ ਤੇ ਕਰਵਾਉਂਦੇ ਹਨ। ਫਿਰ ਭੁੱਚੋ ਵਾਲੇ ਬਾਬਾ ਮਹਾ ਹਰਨਾਮ ਸਿੰਘ ਜੀ ਵੀ ਉਹਨਾਂ ਦੇ ਮਨ ਦੇ ਫੁਰਨੇ ਪੜ ਕੇ ਕਈ ਵਾਰ ਸਾਂਝੇ ਬਚਨ ਕਰਦਿਆ ਕਰਦੇ ਸਨ, ਭਾਈ ਤੁਹਾਨੂੰ ਸਾਡੇ ਨਾਲ ਆਉਂਦਿਆਂ ਅਜੇ ਕਿਸੇ ਨੂੰ 2 ਕਿਸੇ ਨੂੰ 3 ਜਨਮ ਹੋਏ ਹਨ, ਪਰ ਬਾਬਾ ਆਨੰਦ ਸਿੰਘ ਜੀ ਤਾਂ 100 ਜਨਮਾਂ ਤੋਂ ਸਾਡੇ ਨਾਲ ਹੀ ਆ ਰਹੇ ਹਨ। ਅਸੀਂ ਤਾਂ ਬਸ ਬੈਠ ਕੇ ਭਗਤੀ ਕੀਤੀ ਹੈ, ਪਰ ਇਹਨਾਂ ਦੀ ਇਤਨੀ ਕਮਾਈ ਹੈ ਕਿ ਇਹ ਨਾਲੇ ਸਾਡਾ ਪਹਿਰਾ ਦਿੰਦੇ ਸਨ ਅਤੇ ਨਾਲੇ ਸਾਡੇ ਬਰਾਬਰ ਹੀ ਖੜੇ ਹੋ ਕੇ ਨਿਤਨੇਮ ਕਰ ਦਿੰਦੇ ਸਨ, ਸੇਵਾ ਵੀ ਕੀਤੀ ਅਤੇ ਸਿਮਰਨ ਵੀ। ਇਸ ਲਈ ਭਾਈ ਇਹਨਾਂ ਦਾ ਇੰਨਾ ਸਤਿਕਾਰ ਕਰਦੇ ਹਾਂ। ਇੱਕ ਵਾਰ ਬਾਬਾ ਆਨੰਦ ਸਿੰਘ ਜੀ ਗੁਰਦੇਵ ਦੇ ਦਰਸ਼ਨਾਂ ਲਈ ਆਏ। ਸੇਵਕ ਸੁਆਮੀ ਦੇ ਆਪਸ ਵਿੱਚ ਬਚਨ ਬਿਲਾਸ ਹੁੰਦੇ ਰਹੇ। 2 ਕੁ ਦਿਨ ਗੁਰਦੇਵ ਦੇ ਹੁਕਮ ਅਨੁਸਾਰ ਬਾਬਾ ਜੀ ਉੱਥੇ ਰਹੇ। ਤੀਜੇ ਦਿਨ ਜਦੋਂ ਆਗਿਆ ਲੈਣ ਲੱਗੇ ਤਾਂ ਬਾਬਾ ਆਨੰਦ ਸਿੰਘ ਜੀ ਦੇ ਨਾਲ ਕੁਝ ਕੁ ਸੰਗਤ ਵੀ ਬਾਬਾ ਜੀ ਕੋਲ ਬੈਠੀ ਸੀ। ਭੁੱਚੋ ਵਾਲੇ ਮਹਾਰਾਜ ਬਚਨ ਕਰਨ ਲੱਗੇ, ਰਿਖੀ ਜੀ ਹੁਣ ਅਸੀਂ ਇਹ 5 ਪੁੱਤਕ ਚੋਲਾ ਤਿਆਗ ਦੇਣਾ ਹੈ। ਭੁੱਚੋ ਵਾਲਿਆਂ ਦੀ ਰਸਨਾ ਤੋਂ ਇਹ ਬਚਨ ਸੁਣ ਕੇ ਸੰਗਤ ਬੈਰਾਗ ਕਰਨ ਲੱਗੀ, ਪਰ ਬਾਬਾ ਜੀ ਬਚਨ ਕਰਨ ਲੱਗੇ, ਸੰਗਤ ਜੀ ਬੈਰਾਗ ਨਾ ਕਰੋ, ਜੋ ਸਰੀਰ ਕਰਕੇ ਮਾਤਲੋਕ ਵਿੱਚ ਆਇਆ ਹੈ ਉਹ ਤਾਂ ਸਦਾ ਨਹੀਂ ਰਹਿਣਾ, ਉਸਨੇ ਤਾਂ ਇੱਕ ਦਿਨ ਜਾਣਾ ਹੀ ਹੈ। ਹੋਰ ਕਈ ਬਚਨ ਕਰਦੇ ਹੋਏ ਬਾਬਾ ਜੀ ਕਹਿੰਦੇ, ਸਮਾਂ ਆ ਰਿਹਾ ਹੈ, ਬਾਰੀ ਕੋ ਹੀ ਦੀਵਾ ਜਗੇਗਾ। ਇਸ ਤਰ੍ਹਾਂ ਬਚਨ ਕਰਦੇ ਕਰਦੇ ਹੋਰ ਬਚਨ ਚਲਾ ਲਿੱਤੇ ਅਤੇ ਫਿਰ ਬਾਬਾ ਜੀ ਨੂੰ ਆਗਿਆ ਦਿੱਤੀ। ਬਾਬਾ ਜੀ ਗੁਰਦੇਵ ਨੂੰ ਨਮਸਕਾਰ ਕਰਕੇ ਗੱਡੀ ਵਿੱਚ ਬੈਠ ਕੇ ਨਾਨਕਸਰ ਜਗਰਾਵਾਂ ਦੀ ਧਰਤੀ ਵੱਲ ਨੂੰ ਚੱਲ ਪਏ। ਭੁੱਚੋ ਵਾਲੇ ਗੁਰਦੇਵ ਨੇ ਜੋ ਬਚਨ ਕੀਤੇ ਸਨ ਉਹਨਾਂ ਦੇ ਸਬੰਧ ਵਿੱਚ ਕਈ ਪ੍ਰੇਮੀਆਂ ਦੇ ਮਨ ਵਿੱਚ ਫੁਰਨੇ ਬਣਨ ਲੱਗੇ ਕਿ ਕੀ ਦੁਨੀਆ ਖਤਮ ਹੋ ਜਾਵੇਗੀ, ਜੋ ਬਾਬਾ ਜੀ ਨੇ ਕਿਹਾ ਹੈ ਬਾਰੀ ਕੋ ਹੀ ਦੀਵਾ ਜਗੇਗਾ। ਬਾਬਾ ਆਨੰਦ ਸਿੰਘ ਜੀ ਨੂੰ ਇਸ ਬਾਰੇ ਪੁੱਛਣਾ ਚਾਹੁੰਦੇ ਹਨ, ਪਰ ਬਾਬਾ ਜੀ ਦੇ ਪ੍ਰਤਾਪ ਅੱਗੇ ਕਿਸੇ ਦੀ ਬੋਲਣ ਦੀ ਹਿੰਮਤ ਨਹੀਂ ਸੀ ਪੈਂਦੀ। ਅੰਤਰਜਾਮੀ ਬਾਬਾ ਜੀ ਸਭ ਦੇ ਮਨ ਦੀ ਅਵਸਥਾ ਜਾਣ ਗਏ ਅਤੇ ਸੰਗਤ ਦੇ ਸੰਸੇ ਹੱਲ ਕਰਨ ਲਈ ਡਰਾਈਵਰ ਨੂੰ ਕਹਿ ਕੇ ਗੱਡੀ ਬਿਲਾਸਪੁਰ ਵੱਲ ਨੂੰ ਤੋਰ ਲਈ। ਇੱਥੋਂ ਚੱਲ ਕੇ ਬਾਬਾ ਜੀ ਨੇ ਡਰਾਈਵਰ ਨੂੰ ਭਾਈ ਭਗਤੂ ਪਿੰਡ ਜਾ ਕੇ ਗੱਡੀ ਰੋਕਣ ਦਾ ਹੁਕਮ ਕੀਤਾ। ਬਾਬਾ ਜੀ ਗੱਡੀ 'ਚੋਂ ਉਤਰੇ। ਉਹਨਾਂ ਸਮਿਆਂ ਵਿੱਚ ਗੱਡੀਆਂ ਆਮ ਕਿਸੇ ਕੋਲ ਨਹੀਂ ਸੀ ਹੁੰਦੀਆਂ, ਇਸ ਲਈ ਪਿੰਡ ਦੇ ਲੋਕ ਗੱਡੀ ਨੂੰ ਦੇਖ ਕੇ ਬਹੁਤ ਹੈਰਾਨ ਸਨ ਤੇ ਸੋਚਦੇ ਸਨ ਕਿ ਜਾਂ ਤਾਂ ਇਹ ਕੋਈ ਰਾਜਾ ਹੈ ਜਾਂ ਸੰਤ। ਕੁਝ ਕੁ ਬਜ਼ੁਰਗਾਂ ਨੇ ਜਿਨ੍ਹਾਂ ਨੇ ਬਾਬਾ ਜੀ ਦੀ ਸੋਚ ਸੁਣੀ ਸੀ, ਉਹਨਾਂ ਨੇ ਅੱਗੇ ਹੋ ਕੇ ਬਾਬਾ ਜੀ ਨੂੰ ਮੱਥਾ ਟੇਕਿਆ। ਬਾਬਾ ਜੀ ਨੇ ਜਲ ਛਕਣ ਲਈ ਹੁਕਮ ਕੀਤਾ। ਜਲਦੀ ਨਾਲ ਬਾਬਾ ਜੀ ਲਈ ਜਲ ਲੈ ਕੇ ਆਏ। ਜਲ ਛਕਣ ਤੋਂ ਪਹਿਲਾਂ ਬਾਬਾ ਜੀ ਨਾਲ ਦੇ ਸੇਵਾਦਾਰ ਨੂੰ ਬਚਨ ਕਰਨ ਲੱਗੇ ਕਿ ਜੇਕਰ 1-2 ਬੁਰਕੀਆਂ ਪ੍ਰਸ਼ਾਦਾ ਹੈ ਤਾਂ ਪਹਿਲਾਂ ਉਹ ਦੇਵੋ, ਉਹ ਵਰਤਾਂਗੇ, ਫਿਰ ਜਲ ਛਕਾਂਗੇ, ਨਹੀਂ ਤਾਂ ਪਾਣੀ ਕਾਲਜੇ ਨੂੰ ਜਾ ਲੱਗੇਗਾ। ਸਾਰੇ ਸੇਵਾਦਾਰ ਹੈਰਾਨ ਹੋ ਕੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਕਿ ਕੋਲ ਕੁਝ ਵੀ ਨਹੀਂ ਹੈ। ਇੰਨੇ ਨੂੰ ਪਿੰਡ ਦੇ ਲੋਕਾਂ ਨੇ ਬੇਨਤੀ ਕੀਤੀ, ਬਾਬਾ ਜੀ ਤੁਸੀਂ ਕੁਝ ਕੁ ਮਿੰਟ ਆਰਾਮ ਕਰੋ, ਪ੍ਰਸ਼ਾਦਾ ਅਸੀਂ ਹੁਣੇ ਹੀ ਤਿਆਰ ਕਰਵਾ ਦਿੰਦੇ ਹਾਂ। ਬਾਬਾ ਜੀ ਕਹਿੰਦੇ, ਸਮਾਂ ਬਹੁਤ ਘੱਟ ਹੈ, ਅਸੀਂ ਰੁਕ ਨਹੀਂ ਸਕਦੇ। ਸੰਗਤ ਕਹਿੰਦੀ, ਜੀ ਕਿਸੇ ਘਰ ਵਿੱਚੋਂ ਪੁੱਛ ਲੈਂਦੇ ਹਾਂ। ਬਾਬਾ ਜੀ ਕਹਿੰਦੇ, ਸਾਰੇ ਪਿੰਡ ਦੇ ਸਾਂਝੇ 2 ਪ੍ਰਸ਼ਾਦੇ ਚਾਹੀਦੇ ਹਨ। ਬਾਬਾ ਜੀ ਤਾਂ ਪ੍ਰਸ਼ਾਦਾ ਪਹਿਲਾਂ ਹੀ ਬਹੁਤ ਘੱਟ ਛਕਦੇ ਸਨ। ਇਹ ਤਾਂ ਸਾਨੂੰ ਸਮਝਾਉਣ ਦੀ ਖਾਤਰ ਇੱਕ ਕੌਤਕ ਸੀ। ਸੰਗਤ ਹੈਰਾਨ ਹੋਈ, ਜੀ ਅਸੀਂ ਸਮਝੇ ਨਹੀਂ, ਸਾਰੇ ਪਿੰਡ ਦੇ ਸਾਂਝੇ ਪ੍ਰਸ਼ਾਦੇ ਕਿਸ ਤਰ੍ਹਾਂ? ਬਾਬਾ ਜੀ ਕਹਿੰਦੇ,
ਗੁਰਦੁਆਰੇ ਤੋਂ 2 ਪ੍ਰਸ਼ਾਦੇ ਲੈ ਕੇ ਆਓ। ਜਦੋਂ ਗਏ ਤਾਂ ਗੁਰਦੁਆਰੇ ਤਾਲਾ ਲੱਗਿਆ ਹੋਇਆ ਸੀ। ਪਤਾ ਕੀਤਾ ਤੇ ਕਿਸੇ ਨੇ ਦੱਸਿਆ ਕਿ ਗ੍ਰੰਥੀ ਨਾਲ ਦੇ ਪਿੰਡ ਗਿਆ ਹੈ। ਜਦੋਂ ਬਾਬਾ ਜੀ ਨੂੰ ਆ ਕੇ ਦੱਸਿਆ ਤਾਂ ਬਾਬਾ ਜੀ ਕਹਿੰਦੇ, ਚਲੋ ਕੋਈ ਗੱਲ ਨਹੀਂ, ਫਿਰ ਛਕਾਂਗੇ। ਬਾਬਾ ਜੀ ਗੱਡੀ ਵਿੱਚ ਬੈਠ ਗਏ। ਗੱਡੀ ਸਟਾਰਟ ਹੋ ਗਈ। ਇੰਨੇ ਨੂੰ ਪਿੰਡ ਦਾ ਇੱਕ ਬੰਦਾ ਗੱਡੀ ਦੇ ਮੂਹਰੇ ਬਾਹਾਂ ਖਿਲਾਰ ਕੇ ਖੜਾ ਹੋ ਗਿਆ। ਕਹਿੰਦਾ, ਸੰਤੋ, ਹੱਸਦੇ ਵਸਦੇ ਪਿੰਡ ਵਿੱਚੋਂ ਤੁਸੀਂ ਕਿਸ ਤਰ੍ਹਾਂ ਭੁੱਖੇ ਚਲੇ ਜਾਓਗੇ? ਅਸੀਂ ਤਾਂ ਨਹੀਂ ਜਾਣ ਦਿੰਦੇ। ਬਾਬਾ ਜੀ ਕਹਿੰਦੇ, ਗੱਡੀ ਤੋਰਦੇ ਨਹੀਂ। ਡਰਾਈਵਰ ਨੇ ਦੱਸਿਆ ਕਿ ਪਿੰਡ ਦਾ ਬੰਦਾ ਪ੍ਰਸ਼ਾਦਾ ਛਕਣ ਲਈ ਬੇਨਤੀ ਕਰਦਾ ਹੈ। ਬਾਬਾ ਜੀ ਕਹਿੰਦੇ, ਚੰਗਾ, ਜੋ ਤੇਰੇ ਘਰੇ ਤਿਆਰ ਹੈ ਉਹ ਜਲਦੀ ਚੁੱਕ ਲਿਆ। ਉਹ ਆਦਮੀ ਜਲਦੀ ਨਾਲ ਘਰ ਗਿਆ ਅਤੇ ਬਾਜਰੇ ਦੇ 2 ਮੋٹے-ਮੋٹے ਪ੍ਰਸ਼ਾਦੇ ਜੋ ਪਹਿਲਾਂ ਦੇ ਹੀ ਬਣੇ ਹੋਏ ਸਨ ਉਹ ਚੁੱਕ ਲਿਆਇਆ। ਬਾਬਾ ਜੀ ਨੇ ਸੇਵਾਦਾਰ ਨੂੰ ਬਚਨ ਕੀਤਾ ਕਿ ਪ੍ਰਸ਼ਾਦਾ ਵਰਤਾਓ। ਸਭ ਨੂੰ ਬੁਰਕੀ-ਬੁਰਕੀ ਪ੍ਰਸ਼ਾਦਾ ਵਰਤਾਇਆ ਗਿਆ। ਬਾਬਾ ਜੀ ਨੇ ਵੀ ਥੋੜਾ ਜਿਹਾ ਪ੍ਰਸ਼ਾਦਾ ਵਰਤਿਆ ਅਤੇ ਜਲ ਛਕਿਆ। ਫਿਰ ਬਾਬਾ ਜੀ ਨੇ ਗੱਡੀ ਅੱਗੇ ਤੋਰਨ ਦਾ ਹੁਕਮ ਕੀਤਾ। ਫਿਰ ਅਗਲੇ ਪਿੰਡ ਜਦੋਂ ਗਏ ਤਾਂ ਸੰਗਤ ਵਿੱਚੋਂ ਸਿੰਘਾਂ ਨੇ ਬੇਨਤੀ ਕੀਤੀ, ਜੀ ਇਸ ਪਿੰਡ ਵਿੱਚ 2 ਇਤਿਹਾਸਿਕ ਗੁਰਦੁਆਰੇ ਹਨ, ਉਹਨਾਂ ਦੇ ਦਰਸ਼ਨ ਕਰਨ ਚੱਲੀਏ। ਬਾਬਾ ਜੀ ਗੱਡੀ 'ਚੋਂ ਉਤਰ ਗਏ। ਸੰਗਤ ਇਕੱਠੀ ਹੋ ਗਈ, ਬੇਨਤੀ ਕਰਨ ਲੱਗੀ, ਜੀ ਕੋਈ ਸੇਵਾ ਬਖਸ਼ੋ। ਬਾਬਾ ਜੀ ਕਹਿੰਦੇ, 2 ਪ੍ਰਸ਼ਾਦੇ ਲਿਆਓ ਜਿਹੜੇ ਸਾਰੇ ਪਿੰਡ ਦੇ ਸਾਂਝੇ ਹੋਣ। ਸੰਗਤ ਹੈਰਾਨ ਹੋ ਕੇ ਪੁੱਛਣ ਲੱਗੀ, ਜੀ ਸਮਝ ਨਹੀਂ ਆਈ। ਬਾਬਾ ਜੀ ਨੇ ਸੇਵਾਦਾਰਾਂ ਵੱਲ ਤੱਕਿਆ। 2 ਸੇਵਾਦਾਰ ਪਿੰਡ ਦੇ ਗੁਰਦੁਆਰੇ 'ਚ ਪ੍ਰਸ਼ਾਦਾ ਲੈਣ ਗਏ, ਪਰ ਉੱਥੇ ਤਾਲਾ ਲੱਗਿਆ ਹੋਇਆ ਸੀ। ਫਿਰ ਦੂਜੇ ਗੁਰਦੁਆਰੇ ਚਲੇ ਗਏ, ਉੱਥੇ ਵੀ ਤਾਲਾ ਲੱਗਾ ਦੇਖ ਕੇ ਹੈਰਾਨ ਹੋ ਗਏ ਅਤੇ ਆ ਕੇ ਸਾਰਾ ਸਮਾਚਾਰ ਬਾਬਾ ਜੀ ਨੂੰ ਦੱਸਿਆ। ਸਾਰਾ ਹਾਲ ਸੁਣ ਕੇ ਬਾਬਾ ਜੀ ਸੇਵਾਦਾਰਾਂ ਨੂੰ ਪੁੱਛਣ ਲੱਗੇ, ਕੁਝ ਸਮਝ ਆਈ? ਉਹ ਕਹਿੰਦੇ, ਜੀ ਨਹੀਂ। ਬਾਬਾ ਜੀ ਕਹਿੰਦੇ, ਜੋ ਪੁੱਛੋ ਵਾਲੇ ਗੁਰਦੇਵ ਨੇ ਬਚਨ ਕੀਤਾ ਸੀ ਉਹ ਯਾਦ ਕਰੋ। ਦੁਨੀਆ ਨੇ ਖਤਮ ਨਹੀਂ ਹੋ ਜਾਣਾ। ਧਰਮ ਰੂਪੀ ਦੀਵਾ 12 ਕੋ ਤੇ ਜਗੇਗਾ। ਧਰਮ ਦਾ ਕਾਲ ਪੈ ਜਾਵੇਗਾ। ਗੁਰੂ ਸਾਹਿਬ ਪ੍ਰਕਾਸ਼ ਕਰਕੇ ਗ੍ਰੰਥੀ ਸਿੰਘ ਦਾ ਧਰਮ ਹੈ ਕਿ ਸੰਗਤ ਨੂੰ ਵੱਧ ਤੋਂ ਵੱਧ ਗੁਰੂ ਨਾਲ ਜੋੜਨਾ, ਪਰ ਉਹ ਆਪ ਗੁਰਦੁਆਰੇ ਨੂੰ ਤਾਲਾ ਲਗਾ ਕੇ ਆਪਣੇ ਹੀ ਦੁਨਿਆਵੀ ਧੰਦਿਆਂ ਵਿੱਚ ਫਸੇ ਹੋਏ ਹਨ। ਸੋ ਗੁਰਮੁਖੋ, ਬਾਰੀ ਕੋ ਹੀ ਤਾਂ ਹੁਣੇ ਹੀ ਦੀਵਾ ਜਗ ਰਿਹਾ ਹੈ। ਸਮਾਂ ਐਸਾ ਆਵੇਗਾ, ਰਾਜਿਆਂ ਨੇ ਆਪਣੇ ਧਰਮ ਤੇ ਪੱਕੇ ਨਹੀਂ ਰਹਿਣਾ। ਲੋਕੀ ਖਾਣ ਪੀਣ ਬਦਲੇ ਇੱਕ ਦਿਨ ਵਿੱਚ ਕਈ ਧਰਮ ਬਦਲ ਲਿਆ ਕਰਨਗੇ। ਧਰਮ ਤਾਂ ਕਿਣਕਾ ਮਾਤਰ ਹੀ ਦੁਨੀਆ ਤੇ ਰਹਿ ਜਾਵੇਗਾ ਅਤੇ ਪਾਪ ਦਾ ਬਲ ਵੱਧ ਜਾਵੇਗਾ। ਕਲਯੁਗ ਦੀ ਅੱਗ ਨਾਲ ਸਭ ਕੁਝ ਸੜ ਜਾਵੇਗਾ। ਬਾਬਾ ਜੀ ਕਹਿੰਦੇ, ਜਿਹੜਾ ਦਾਣਾ ਗੁਰੂ ਨਾਨਕ ਦੇ ਚਰਨਾਂ ਰੂਪੀ ਕਿੱਲੇ ਨਾਲ ਜੁੜਿਆ ਰਹਿ ਜਾਵੇਗਾ ਉਹ ਬਚ ਜਾਏਗਾ। ਬਾਕੀਆਂ ਨੂੰ ਤਾਂ ਕਲਯੁਗ ਦੀ ਅੱਗ 2 ਫਾੜ 4 ਫਾੜ ਮਿੱਟੀ ਅਤੇ ਘੱਟੇ ਵਿੱਚ ਬਦਲ ਦੇਵੇਗੀ ਅਤੇ ਦੁਨੀਆ ਤੇ ਉਸ ਦਾ ਕੋਈ ਨਾਂ ਥੇ ਨਹੀਂ ਰਹਿ ਜਾਵੇਗਾ। ਗੁਰਮੁਖੋ, ਜੇਕਰ ਗ੍ਰਸਤੀ ਰਹਿਣਾ ਹੈ ਤਾਂ ਧਰਮ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਜੇਕਰ ਪਰਮਾਰਥ ਵੱਲ ਤੁਰਨਾ ਹੈ ਤਾਂ ਨਿਰੋਲ ਭਗਤੀ ਹੀ ਕਰੋ। ਬਾਬਾ ਜੀ ਬਚਨ ਕਰਨ ਲੱਗੇ, ਜਦੋਂ ਖਾਦ ਪਦਾਰਥਾਂ ਵਿੱਚ ਲੋਕ ਮਿਲਾਵਟਾਂ ਕਰਨ ਲੱਗ ਜਾਣਗੇ ਉਸ ਸਮੇਂ ਧਰਤੀ ਗਰਕੇਗੀ। 10 ਕਰੋੜ ਸਾਲ ਬਾਅਦ ਸ੍ਰਿਸ਼ਟੀ ਤੇ ਇੱਕ ਵਾਰ ਪਰਲੋ ਆਉਂਦੀ ਹੈ। ਸਮਾਂ ਬਹੁਤ ਭਿਆਨਕ ਆ ਰਿਹਾ ਹੈ। ਹੁਣ ਕਈ ਲੋਕ ਇਹਨਾਂ ਗੱਲਾਂ ਤੇ ਯਕੀਨ ਨਹੀਂ ਕਰਦੇ ਤੇ ਕਹਿੰਦੇ ਹਨ ਕਿ ਇਸ ਤਰ੍ਹਾਂ ਦਾ ਪਹਿਲਾਂ ਵੀ ਬਹੁਤ ਸੁਣਿਆ ਹੈ ਕਿ ਧਰਤੀ ਗਰਕ ਜਾਵੇਗੀ, ਪਰ ਇਸ ਤਰ੍ਹਾਂ ਦਾ ਕੁਝ ਹੁੰਦਾ ਤਾਂ ਨਹੀਂ ਹੈ। ਤਾਂ ਇਸ ਦਾ ਜਵਾਬ ਇਹ ਹੈ ਕਿ ਰੱਬ ਦੇ ਪਿਆਰੇ ਦਰਗਾਹ ਤੋਂ ਭੇਜੇ ਹੋਏ ਮਹਾਂਪੁਰਖ ਜੋ ਦੁਨੀਆ ਦੇ ਭਲੇ ਵਾਸਤੇ ਅਖੰਡ ਪਾਠ ਕਰਵਾਉਂਦੇ ਹਨ, ਉਸ ਨਾਲ ਦੁਨੀਆ ਤੇ ਆਉਣ ਵਾਲਾ ਸੰਕਟ ਦਾ ਸਮਾਂ ਟਲਦਾ ਜਾ ਰਿਹਾ ਹੈ। ਪਰ ਫਿਰ ਵੀ ਕੁਝ ਥਾਵਾਂ ਤੇ ਕੁਦਰਤ ਕੁਝ ਸੰਕੇਤ ਦੇ ਰਹੀ ਹੈ। ਕਈ ਥਾਵਾਂ ਤੇ ਧਰਤੀ ਹੇਠਾਂ ਨੂੰ ਧੱਸ ਰਹੀ ਹੈ। ਇੰਡੀਆ ਦੇ ਵਿੱਚ ਵੀ ਤੇ ਹੋਰ ਕਈ ਬਾਹਰਲੇ ਮੁਲਕਾਂ ਵਿੱਚ ਵੀ। ਚਾਈਨਾ ਵਿੱਚ ਇੱਕ ਪੂਰਾ ਸ਼ਹਿਰ ਹੀ ਧਰਤੀ ਵਿੱਚ ਧੱਸ ਗਿਆ। ਹੋਰ ਕਈ ਥਾਵਾਂ ਤੇ ਅਜਿਹਾ ਹੋ ਰਿਹਾ ਹੈ।
ਇਹ ਸਭ ਕੁਦਰਤ ਸੰਕੇਤ ਦੇ ਰਹੀ ਹੈ ਕਿ ਸਮਾਂ ਖਰਾਬ ਆ ਰਿਹਾ ਹੈ। ਅੱਜ ਤੋਂ 550 ਸਾਲ ਪਹਿਲਾਂ ਇਹ ਸਮਾਂ ਧਰਤੀ ਤੇ ਬਣਨਾ ਸੀ, ਪਰ ਉਸ ਸਮੇਂ ਨਿਰੰਕਾਰ ਨੇ ਤਰਸ ਕੀਤਾ। ਆਪ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਵਿੱਚ ਧਰਤੀ ਤੇ ਅਵਤਾਰ ਧਾਰਿਆ ਅਤੇ ਸਾਰੇ ਪਾਸੇ ਧਰਮ ਦਾ ਵਰਤਾਰਾ ਕੀਤਾ। ਗੁਰੂ ਨਾਨਕ ਪਾਤਸ਼ਾਹ ਦੇ ਧਰਤੀ ਤੇ ਆਉਣ ਨਾਲ ਸੜਦੀ ਬਲਦੀ ਧਰਤੀ ਠਰ ਗਈ। ਲੋਕ ਬਾਣੀ ਪੜਨ ਲੱਗ ਗਏ। ਪਾਪ ਦਾ ਬਲ ਬਹੁਤ ਘਟ ਗਿਆ। ਸੱਚੇ ਸੁੱਚੇ ਗੁਰਸਿੱਖ ਪ੍ਰਗਟ ਹੋਏ। ਗੁਰੂ ਜੀ ਨੇ ਸਾਰੀ ਧਰਤੀ ਦਾ ਚੱਕਰ ਲਾ ਕੇ ਲੋਕਾਂ ਨੂੰ ਉਪਦੇਸ਼ ਦੇ ਕੇ ਸਿੱਧੇ ਰਸਤੇ ਪਾਇਆ। ਫਿਰ 10 ਗੁਰੂ ਸਾਹਿਬਾਂ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਗੁਰੂ ਸਾਹਿਬਾਂ ਦੀ ਚਰਨੀ ਲੱਗਿਆ ਧਰਤੀ ਸ਼ਾਂਤ ਸੀ, ਪਰ ਹੁਣ ਅਧਰਮ ਫਿਰ ਇੰਨਾ ਫੈਲ ਗਿਆ ਹੈ ਕਿ ਲੋਕ ਗੁਰੂ ਸਾਹਿਬਾਂ ਦੇ ਅੰਗਾਂ ਦੀ ਬੇਅਦਬੀ ਕਰਨ ਲੱਗ ਗਏ ਹਨ, ਅੱਗਾਂ ਲਾਉਣ ਲੱਗ ਗਏ ਹਨ। ਜਿਹੜੀ ਬਾਣੀ ਨਾਲ ਸਾਡਾ ਉਧਾਰ ਹੋਣਾ ਸੀ, ਉਸ ਦੀ ਲੋਕ ਬੇਅਦਬੀ ਕਰਨ ਲੱਗ ਗਏ ਹਨ, ਜਿਸ ਕਾਰਨ ਸ੍ਰਿਸ਼ਟੀ ਨੇ ਬਹੁਤੀ ਦੇਰ ਭਾਰ ਸਹਿਣਾ ਨਹੀਂ ਹੈ। ਜਦੋਂ ਗੁਰੂ ਸਾਹਿਬਾਂ ਦੀ ਕਮਾਈ ਤੇ ਅਸੀਂ ਕਿੰਤੂ ਪ੍ਰੰਤੂ ਕਰਨ ਲੱਗ ਗਏ, ਫਿਰ ਸਾਡਾ ਕਿਰਤਕਣਾ ਦਾ ਧਰਤੀ ਤੇ ਭਾਰ ਹੀ ਹੈ। ਸੋ ਇਸੇ ਕਾਰਨ ਮਹਾਪੁਰਖ ਵਾਰ-ਵਾਰ ਹੀ ਪ੍ਰੇਰਣਾ ਕਰਦੇ ਹਨ ਕਿ ਭਾਈ ਅੰਮ੍ਰਿਤ ਛਕੋ, ਸਿੰਘ ਸਜੋ, ਨਾਮ ਜਪੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।